ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਇਹ ਵਾਹਿਗੁਰੂ ਜੀ ਅਸੀਂ ਹੁਣ ਤੇਰੀ ਟੇਕ ਲਈ ਹੋਈ ਹੈ, ਭਾਵ ਤੇਰੇ ਤੇ ਭਰੋਸਾ ਕੀਤਾ ਹੈ, ਤੈਨੂੰ ਆਪਣੀ ਓਟ ਸਮਝਿਆ ਹੈ। ਭਵ ਜਲ ਤੇ ਕਾਢੋ ਪ੍ਰਭੂ, ਮਹਾਰਾਜ ਇਹ ਜਿਹੜਾ ਬੜਾ ਡਰਾਉਣਾ ਸਾਗਰ ਹੈ, ਸੰਸਾਰ ਸਮੁੰਦਰ ਹੈ, ਕਿਰਪਾ ਕਰਕੇ ਤੁਸੀਂ ਇਸ ਤੋਂ ਸਾਨੂੰ ਬਾਹਰ ਕੱਢ ਲਵੋ। ਕਿਉਂਕਿ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਤਾਂ ਹੀ ਅਸੀਂ ਸਮੁੰਦਰ ਤੋਂ ਬਾਹਰ ਨਿਕਲ ਸਕਦੇ ਹਾਂ। ਸਮੁੰਦਰ ਤੇ ਬਹੁਤ ਡੂੰਘਾ ਹੁੰਦਾ ਹੈ ਤੇ ਆਪਾਂ ਨੂੰ ਤਾਂ ਕਿਸੇ ਥੋੜੇ ਜਿਹੇ ਛੋਟੇ ਜਿਹੇ ਕੋਈ 8-10 ਫੁੱਟ ਟੋਏ ਵਿੱਚ ਡਿੱਗ ਪਈਏ ਉਹਦੇ ਵਿੱਚੋਂ ਵੀ ਨਿਕਲਣਾ ਔਖਾ ਹੈ, ਪਰ ਜੇ ਹੁਣ ਸਮੁੰਦਰ ਵਿੱਚ ਕੋਈ ਆਦਮੀ ਡਿੱਗ ਪਵੇ ਉੱਥੋਂ ਤਾਂ ਨਿਕਲਣਾ ਬਹੁਤ ਹੀ ਔਖੀ ਗੱਲ ਹੈ। ਇਸੇ ਲਈ ਕਹਿੰਦੇ ਸਤਿਗੁਰੂ ਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਜਿਵੇਂ ਹੋਰ ਥਾਂ ਤੇ ਵੀ ਸਾਨੂੰ ਮਹਾਂਪੁਰਖਾਂ ਨੇ ਸਮਝਾਇਆ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਹੇ ਪਿਤਾ ਪਰਮੇਸ਼ਰ, ਅਸੀਂ ਸੰਸਾਰ ਸਮੁੰਦਰ ਦੇ ਵਿੱਚ ਡਿੱਗ ਪਏ ਹਾਂ, ਗੋਤੇ ਖਾ ਰਹੇ ਹਾਂ, ਤੇ ਸਾਨੂੰ ਇਸ ਤੋਂ ਬਾਹਰ ਕੱਢ, ਸਾਨੂੰ ਇਸ ਤੋਂ ਪਾਰ ਕਰ। ਜਦੋਂ ਸੱਚੇ ਦਿਲ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ, ਭਵਜਲ ਤੇ ਕੱਢੋ ਪ੍ਰਭੂ, ਤੇ ਉਹ ਵਾਹਿਗੁਰੂ ਪਰਮੇਸ਼ਰ ਜ਼ਰੂਰ ਸਾਨੂੰ ਬਾਹਰ ਕੱਢ ਦੇਵੇਗਾ। ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ। ਲੋ ਪੌੜੀ ਵਿੱਚ ਵੀ ਸ਼ਲੋਕ ਦਾ ਹੀ ਅੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਨੁਵਾਦ ਕਰਦੇ ਹਨ, ਖੇਲਤ ਖੇਲਤ ਆਇਓ। ਵੀ ਅਸੀਂ ਕਹਿੰਦੇ ਖਾਂਦਿਆਂ ਪੀਂਦਿਆਂ ਖੇਡਾਂ ਖੇਡਦਿਆਂ ਹੋਇਆਂ ਹੱਸਦਿਆਂ ਹੋਇਆਂ ਅਨੇਕਾਂ ਜੂਨਾਂ ਦੇ ਵਿੱਚੋਂ ਦੀ ਆਏ ਹਾਂ, ਤੇ ਇਹਦਾ ਫਲ ਕੀ ਹੈ? ਦੁੱਖ ਪਾਏ, ਤੇ ਬੜਾ ਦੁੱਖ ਪ੍ਰਾਪਤ ਕੀਤਾ ਹੈ। ਇਹਦਾ ਮਤਲਬ ਇਹ ਹੈ ਜਿਹੜੇ ਜੀਵਨ ਦੇ ਸਹੀ ਉਦੇਸ਼ ਨੂੰ ਭੁੱਲ ਜਾਂਦੇ ਨੇ ਤੇ ਖਾਣ ਪੀਣ ਹੱਸਣ ਖੇਡਣ ਦੇ ਵਿੱਚ ਹੀ ਮੌਜ ਮਸਤੀ ਵਿੱਚ ਹੀ ਲੱਗ ਜਾਂਦੇ ਨੇ, ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ ਵੀ ਖੇਡਦਿਆਂ ਖੇਡਦਿਆਂ ਅਸੀਂ ਅਨੇਕਾਂ ਜੂਨਾਂ ਦੇ ਵਿੱਚ ਦੁੱਖ ਭੋਗੇ ਨੇ ਤੇ ਹੁਣ ਵੀ ਭੋਗ ਰਹੇ ਹਾਂ ਤੇ ਅੱਗੇ ਨੂੰ ਵੀ ਭੋਗਦੇ ਰਵਾਂਗੇ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅਸੀਂ ਜੋ ਵੀ ਕੁਛ ਕਰਦੇ ਹਾਂ ਨਾ, ਸਤਿਗੁਰੂ ਦੇ ਬਚਨ ਹੈ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਜਿਸ ਮਨੁੱਖਾ ਦੇਹ ਵਰਗੀ ਪੌੜੀ ਪ੍ਰਾਪਤ ਕਰਕੇ ਵਾਹਿਗੁਰੂ ਦੇ ਮਿਲਣ ਦੀ ਵਾਰੀ ਪ੍ਰਾਪਤ ਕਰਕੇ ਆਦਮੀ ਫਿਰ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਤੇ ਸਤਿਗੁਰੂ ਕਹਿੰਦੇ ਨੇ ਉਹਦੇ ਖਾਣ ਨੂੰ ਵੀ ਤਰਕਾਰ ਹੈ, ਤ੍ਰਿਗ ਤ੍ਰਿਗ ਖਾਇਆ, ਉਹਦੇ ਸੌਣ ਨੂੰ ਵੀ ਤਰਕਾਰ ਹੈ, ਬਿਨਾਂ ਸੋਹਲੇ ਦਾ ਪਾਠ ਕੀਤੇ ਤੋਂ ਬਿਨਾਂ ਰਹਿ ਰਸ ਪੜ੍ਹੇ ਤੋਂ ਬਿਨਾਂ ਸਿਮਰਨ ਕੀਤੇ ਤੋਂ ਜਿਹੜਾ ਸੌਂਦਾ ਹੈ ਉਹਦੇ ਸੌਣ ਨੂੰ ਵੀ ਤਰਕਾਰ ਹੈ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਜਿਹੜੇ ਅਸੀਂ ਸਰੀਰ ਤੇ ਕਈ ਤਰ੍ਹਾਂ ਦੇ ਕੱਪੜੇ ਵੀ ਪਹਿਨਦੇ ਹਾਂ ਰੰਗ ਬਰੰਗੇ, ਉਹਨਾਂ ਨੂੰ ਵੀ ਤਰਕਾਰ ਹੈ। ਸਤਿਗੁਰੂ ਕਹਿੰਦੇ ਨੇ ਤ੍ਰਿਗ ਸਰੀਰ, ਸਾਡੇ ਸਰੀਰ ਨੂੰ ਵੀ ਤਰਕਾਰ ਹੈ ਜੇ ਅਸੀਂ ਰੱਬ ਦਾ ਨਾਮ ਨਹੀਂ ਜਪਦੇ, ਤੇ ਸਾਡੇ ਪਰਿਵਾਰ ਨੂੰ ਵੀ, ਧੀਆਂ ਪੁੱਤਰਾਂ ਨੂੰ ਵੀ, ਸਾਰਿਆਂ ਨੂੰ ਲਾਹਨਤ ਹੈ ਜੇ ਉਹਨਾਂ ਦੇ ਮੋਹ ਦੇ ਵਿੱਚ ਫਸ ਕੇ ਅਸੀਂ ਗੁਰੂ ਨੂੰ ਤੇ ਰੱਬ ਨੂੰ ਭੁੱਲ ਗਏ ਹਾਂ। ਤੇ ਸਤਿਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਆਪਣੇ ਜੀਵਨ ਦੇ ਪ੍ਰਯੋਜਨ ਨੂੰ ਭੁੱਲ ਜਾਵੇ, ਜਿਤ ਹੁਣ ਖਸਮ ਨਾ ਪਾਇਆ, ਤੇ ਫਿਰ ਉਹ ਭਾਈ ਬਹੁਤਾ ਦੁੱਖ ਪਾਉਂਦਾ ਹੈ। ਇੱਕ ਗੱਲ ਸਤਿਗੁਰੂ ਕਹਿੰਦੇ ਯਾਦ ਰੱਖਿਓ, ਜਦੋਂ ਇਹ ਪੌੜੀ ਹੱਥੋਂ ਛੁੱਟ ਗਈ, ਭਾਵ ਇੱਕ ਵਾਰੀ ਇਹ ਦੇਹ ਚਲੀ ਗਈ, ਉਸ ਤੋਂ ਬਾਅਦ ਫਿਰ ਕੁਝ ਵੀ ਤੁਹਾਡੇ ਹੱਥ ਪੱਲੇ ਨਹੀਂ ਰਹੇਗਾ। ਆਹੀ ਜੀਵਨ ਕਾਲ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਨੀ, ਭਜਲੇ ਰੇ ਮਨ ਸਾਰੰਗ ਪਾਨੀ, ਅਬ ਨਾ ਭਜਸ ਭਜਸ ਕਾ ਪਾਈ, ਆਵੇ ਅੰਤ ਨਾ ਭਜਿਆ ਜਾਈ। ਜੇ ਅਸੀਂ ਹੁਣ ਚੰਗੇ ਭਲੇ ਨਹੀਂ ਬਾਣੀ ਪੜ੍ਹ ਸਕਦੇ, ਸੇਵਾ ਕਰ ਸਕਦੇ, ਸਿਮਰਨ ਕਰ ਸਕਦੇ, ਤੇ ਫਿਰ ਅਸੀਂ ਕਦੋਂ ਕਰਾਂਗੇ? ਕਈ ਕਹਿੰਦੇ ਬੁੱਢੇ ਹੋ ਕੇ ਭਗਤੀ ਕਰਨੀ ਚਾਹੀਦੀ ਹੈ, ਬੁੱਢੇ ਹੋ ਕੇ ਭਗਤੀ ਕਰਨੀ ਚੰਗੀ ਹੁੰਦੀ ਹੈ, ਵੇਲ ਵੀ ਹੁੰਦਾ ਹੈ, ਬੱਚੇ ਵੀ ਵੱਡੇ ਹੋ ਜਾਂਦੇ ਨੇ। ਪਰ ਬਾਬਾ ਫਰੀਦ ਜੀ ਤਾਂ ਇਹ ਗੱਲ ਕਹਿੰਦੇ ਨੇ, ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ, ਵਿਰਲੇ ਕਈ ਪਾਈਆਂ ਜਿਨ੍ਹਾਂ ਪਿਆਰੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਰਾਮ ਜਪੋ ਜੀ ਐਸੇ ਐਸੇ, ਤਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਤਰੂ ਤੇ ਪ੍ਰਹਿਲਾਦ ਨੇ ਜਦ ਤੋਂ ਹੋਸ਼ ਸੰਭਾਲੀ, ਜਨਮ ਤੋਂ ਹੀ ਭਗਤੀ ਸ਼ੁਰੂ ਕਰ ਦਿੱਤੀ ਸੀ, ਤੇ ਸਾਨੂੰ ਵੀ ਜਨਮ ਤੋਂ ਹੀ ਭਗਤੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਜਵਾਨੀ ਵਿੱਚ ਵੀ ਬਿਰਧ ਅਵਸਥਾ ਦੇ ਵਿੱਚ ਵੀ। ਤੇ ਜਿਹੜੀ ਉਮਰ ਲੰਘ ਗਈ ਹੈ ਉਹ ਸਮਝ ਲਓ ਕਿਸੇ ਕੰਮ ਨਹੀਂ, ਕਿਸੇ ਲੇਖੇ ਵਿੱਚ ਨਹੀਂ ਹੈ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਖੇਲਤ ਖੇਲਤ ਆਇਓ ਅਨਕ ਜੋਨ ਦੁੱਖ ਪਾਏ। ਵੀ ਖੇਡਦਿਆਂ ਖੇਡਦਿਆਂ, ਭਾਵ ਦੁਨੀਆ ਖੇਡਾਂ ਖੇਡਦੀ ਹੈ ਨਾ ਕਈ ਤਰ੍ਹਾਂ ਦੀਆਂ, ਵੀ ਆ ਕਈ ਉਹ ਰਾਈਡਾਂ ਵੀ ਨੇ, ਕਈ ਹੋਰ ਖੇਡਾਂ ਨੇ। ਇਹ ਖੇਡਾਂ ਨੂੰ ਖੇਡਦਿਆਂ ਖੇਡਦਿਆਂ ਅਸੀਂ ਆਏ ਹਾਂ ਤੇ ਅਨੇਕਾਂ ਜੂਨਾਂ ਦੇ ਵਿੱਚ ਅਸਾਂ ਦੁੱਖ ਪਾਇਆ ਹੈ। ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ। ਬਈ ਸਾਧੂ ਦਾ ਅਰਥ ਹੈ ਸਤਿਗੁਰੂ ਦੇ ਮਿਲਦਿਆਂ ਸਾਰ ਹੀ ਅਸਲੀ ਜਿਹੜਾ ਖੇਦ ਮਿਟੇ। ਇਹ ਜਨਮ ਤੇ ਮਰਨ ਦਾ ਦੁੱਖ ਮਿਟਦਾ ਹੈ। ਸਤਿਗੁਰ ਬਚਨ ਸਮਾਏ, ਕਦੋਂ ਦੁੱਖ ਮਿਟਦਾ ਹੈ? ਜਦੋਂ ਸਤਿਗੁਰੂ ਦੇ ਬਚਨ ਸਾਡੇ ਹਿਰਦੇ ਵਿੱਚ ਵਸ ਜਾਂਦੇ ਹਨ। ਖਿਮਾ ਗਹੀ ਸਚ ਸੰਚਿਓ ਖਾਇਓ ਅੰਮ੍ਰਿਤ ਨਾਮ। ਲਓ ਹੁਣ ਸਤਿਗੁਰੂ ਦੀ ਕਿਰਪਾ ਹੋ ਗਈ ਹੈ। ਖਿਮਾ ਗਹੀ, ਅਸੀਂ ਖਿਮਾ ਗੁਣ ਨੂੰ ਗ੍ਰਹਿਣ ਕਰ ਲਿਆ ਹੈ। ਜੇ ਕੋਈ ਸਾਨੂੰ ਸਾਡੀ ਸ਼ਾਨ ਦੇ ਖਿਲਾਫ ਵੀ ਕੁਝ ਬੋਲ ਦਿੰਦਾ ਹੈ, ਸਾਨੂੰ ਗੁੱਸਾ ਨਹੀਂ ਆਉਂਦਾ। ਜੇ ਕੋਈ ਮਾੜਾ ਬੰਦਾ ਵੀ ਸਾਡੀ ਕੋਈ ਨਰਾਦਰੀ ਕਰ ਦੇਵੇ ਤਾਂ ਵੀ ਗੁੱਸਾ ਨਹੀਂ ਆਉਂਦਾ। ਇਹਨੂੰ ਖਿਮਾ ਕਹਿੰਦੇ ਨੇ। ਵੀ ਭਾਵੇਂ ਬਦਲਾ ਲੈਣ ਦੀ ਸ਼ਕਤੀ ਹੋਵੇ ਤੇ ਪਰ ਫਿਰ ਵੀ ਕਿਸੇ ਨੂੰ ਮਾਫ ਕਰਨਾ, ਇਹਨੂੰ ਖਿਮਾ ਕਹਿੰਦੇ ਨੇ। ਜੇ ਕੋਈ ਤਕੜੇ ਤੋਂ ਡਰਦਾ ਮਾਰਾ ਚੁੱਪ ਰਵੇ ਤੇ ਆਖੇ ਮੈਂ ਤੇ ਖਿਮਾ ਕੀਤੀ ਹੈ, ਇਹ ਗੱਲ ਖਿਮਾ ਵਾਲੀ ਨਹੀਂ ਹੁੰਦੀ। ਇਹ ਬੁਜ਼ਦਿਲੀ ਹੈ, ਇਹ ਕਾਇਰਤਾ ਹੈ। ਹਜ਼ੂਰ ਕਹਿੰਦੇ ਨੇ ਖਿਮਾ ਗਹੀ, ਹੁਣ ਅਸੀਂ ਖਿਮਾ ਗੁਣ ਨੂੰ ਗ੍ਰਹਿਣ ਕਰ ਲਿਆ, ਸਹਿਨਸ਼ੀਲਤਾ ਨੂੰ ਧਾਰਨ ਕਰ ਲਿਆ ਤੇ ਸੱਚ ਸੰਚਿਓ ਤੇ ਵਾਹਿਗੁਰੂ ਦੇ ਸੱਚੇ ਨਾਮ ਰੂਪੀ ਧਨ ਨੂੰ ਹੀ ਇਕੱਠਾ ਕੀਤਾ ਤੇ ਖਾਇਓ ਅੰਮ੍ਰਿਤ ਨਾਮ ਤੇ ਵਾਹਿਗੁਰੂ ਦੇ ਅੰਮ੍ਰਿਤ ਰੂਪ ਨਾਮ ਭੋਜਨ ਨੂੰ ਛਕਿਆ ਹੈ। ਕਿਉਂਕਿ ਭੋਜਨ ਤੇ ਭਜਨ ਦੋ ਕਿਸਮ ਦੀ ਖੁਰਾਕ ਹੈ। ਭੋਜਨ ਤਨ ਦੀ ਖੁਰਾਕ ਹੈ ਤੇ ਭਜਨ ਸਾਡੀ ਮਨ ਦੀ ਖੁਰਾਕ ਹੈ। ਖਰੀ ਕਿਰਪਾ ਠਾਕੁਰ ਭਈ ਆਨੰਦ ਸੁਖ ਵਿਸਰਾਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੀ ਖਰੀ ਦਾ ਅਰਥ ਹੈ ਵੀ ਬਹੁਤੀ, ਉਸ ਵਾਹਿਗੁਰੂ ਪਰਮੇਸ਼ਰ ਦੀ ਖਰੀ ਬਹੁਤੀ ਕਿਰਪਾ ਹੋਈ ਹੈ। ਆਨੰਦ ਸੁਖ ਵਿਸਰਾਮ, ਹੁਣ ਸਾਡਾ ਆਨੰਦ ਤੇ ਸੁਖਾਂ ਦੇ ਵਿੱਚ ਵਿਸਰਾਮ ਮੁਕਾਮ ਹੋ ਗਿਆ ਹੈ। ਖੇਪ ਨਿਵਾਹੀ ਬਹੁਤ ਲਾਭ ਘਰ ਆਏ ਪਤਵੰਤ। ਲਾਉਣ ਖੇਪ ਨਿਵਾਹੀ, ਜਿਹੜੀ ਇਹ ਸਾਡੀ ਸੁਆਸਾਂ ਦੀ ਪੂੰਜੀ ਸੀ, ਇਹਨੂੰ ਵਾਹਿਗੁਰੂ ਪਰਮੇਸ਼ਰ ਨੇ ਸਰ ਤੋੜ ਨਿਭਾ ਦਿੱਤਾ। ਇਹਦਾ ਮਤਲਬ ਇਹ ਹੈ, ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪਰਾ ਪੂਜਾ ਨ ਰਤਨ ਕਰੋ। ਜੇ ਆਦਮੀ ਸ਼ੁਰੂ ਤੋਂ ਲੈ ਕੇ ਵਾਹਿਗੁਰੂ ਦੀ ਭਗਤੀ ਕਰਨੀ ਸ਼ੁਰੂ ਕਰ ਦੇਵੇ ਨਾ, ਤੇ ਫਿਰ ਇਹ ਸਮਝ ਲਓ ਸਾਡੀ ਜੀਵਨ ਦੀ ਪੂੰਜੀ, ਸਵਾਸਾਂ ਦੀ ਪੂੰਜੀ ਸਿਰ ਤੋੜ ਨਿਭ ਗਈ, ਸਫਲ ਹੋ ਗਈ। ਖੇਪ ਨਿਵਾਹੀ ਬਹੁਤ ਲਾਭ। ਹਜ਼ੂਰ ਕਹਿੰਦੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਇਹ ਸਾਡੇ ਜੀਵਨ ਦੀ ਖੇਪ ਨਿਭਾ ਦਿੱਤੀ ਹੈ। ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਲਾਭ ਪ੍ਰਾਪਤ ਕੀਤਾ ਹੈ। ਉਹ ਲਾਭ ਕੀ ਹੈ? ਸੱਚ ਸੰਚਿਓ, ਖਿਮਾ ਗਹੀ ਸੱਚ ਸੰਚਿਓ, ਖਿਮਾ ਨੂੰ, ਸਹਿਨਸ਼ੀਲਤਾ ਨੂੰ ਧਾਰਨ ਕੀਤਾ ਹੈ ਤੇ ਸੱਚੇ ਨਾਮ ਧਨ ਨੂੰ ਅਸਾਂ ਖਟਿਆ ਹੈ। ਬਹੁਤਾ ਲਾਭ ਪ੍ਰਾਪਤ ਕੀਤਾ ਹੈ। ਘਰ ਆਏ ਪਤਵੰਤ, ਤੇ ਹੁਣ ਅਸੀਂ ਬੜੀ ਪਤ ਇੱਜ਼ਤ ਨਾਲ, ਪਤਵੰਤ ਦਾ ਅਰਥ ਹੈ ਬੜੀ ਇੱਜ਼ਤ ਅਬਰੋਹ ਦੇ ਨਾਲ ਆਪਣੇ ਘਰ ਆਏ ਹਾਂ। ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ। ਕਿਹੜੇ ਘਰ ਦੇ ਵਿੱਚ ਆਏ ਹੋ? ਵੀ ਸਤਿਗੁਰੂ ਦੀ ਸ਼ਰਨ ਵਿੱਚ। ਅਸਲੀ ਘਰ ਤੇ ਗੁਰੂ ਦਾ ਘਰ ਹੀ ਹੈ, ਜਿੱਥੇ ਆ ਕੇ ਸਾਨੂੰ ਨਾਮ ਦਾ ਦਾਨ ਮਿਲਦਾ ਹੈ, ਅੰਮ੍ਰਿਤ ਦੀ ਦਾਤ ਮਿਲਦੀ ਹੈ। ਹਜ਼ੂਰ ਕਹਿੰਦੇ ਨੇ ਖਰਾ ਦਿਲਾਸਾ ਗੁਰ ਦੀਆ। ਜਦੋਂ ਸਤਿਗੁਰੂ ਦੇ ਘਰ ਵਿੱਚ ਆ ਗਏ ਤਾਂ ਸਤਿਗੁਰੂ ਨੇ ਸਾਨੂੰ ਬਹੁਤ ਭਾਰੀ ਦਿਲਾਸਾ ਦਿੱਤਾ, ਬੜਾ ਵੱਡਾ ਧੀਰਜ ਦਿੱਤਾ ਹੈ। ਤੇ ਗੁਰੂ ਦੀ ਕਿਰਪਾ ਦੇ ਨਾਲ ਆਏ ਮਿਲੇ ਭਗਵੰਤ। ਹੁਣ ਉਹ ਭਗਵੰਤ ਵਾਹਿਗੁਰੂ ਪਰਮੇਸ਼ਰ ਜੀ ਵੀ ਸਾਨੂੰ ਆ ਕੇ ਮਿਲ ਪਏ ਹਨ। ਆਪਨ ਕੀਆ ਕਰਹਿ ਆਪ ਆਗੈ ਪਾਛੈ ਆਪ। ਹਜ਼ੂਰ ਫਰਮਾਉਂਦੇ ਨੇ ਆਪਨ ਕੀਆ। ਹੁਣ ਸਾਨੂੰ ਇਹ ਗੱਲ ਪ੍ਰਤੀਤ ਹੋਣ ਲੱਗ ਪਈ ਹੈ, ਜੋ ਵੀ ਕੁਛ ਕੀਤਾ ਆਪਨ ਕੀਆ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਆਪ ਹੀ ਕੀਤਾ ਹੈ ਤੇ ਕਰ ਹੈ। ਅੱਗੇ ਲਈ ਵੀ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਕਰੇਗਾ। ਆਗੇ ਪਾਛੈ ਆਪ, ਅੱਗੇ ਵੀ ਤੇ ਪਿੱਛੇ ਵੀ ਜੋ ਵੀ ਕੁਛ ਹੋਇਆ ਹੈ ਤੇ ਵਾਹਿਗੁਰੂ ਪਰਮੇਸ਼ਰ ਵੱਲੋਂ ਹੋਇਆ ਤੇ ਹੋਵੇਗਾ। ਭਾ ਭੂਤ ਭਵਿੱਖ ਵਰਤਮਾਨ, ਤਿੰਨੇ ਕਾਲਾਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਰਨ ਕਰਾਉਣ ਵਾਲਾ ਕੋਈ ਹੋਰ ਨਹੀਂ ਹੈ। ਨਾਨਕ ਸੋ ਸਰਾਹੀਐ
ਜੇ ਘਟ ਘਟ ਰਹਿਆ ਵਿਆਪ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਉਸ ਮਾਲਕ ਨੂੰ ਸਲਾਹੁਣਾ ਚਾਹੀਦਾ ਹੈ। ਜੇ ਘਟ ਘਟ ਰਹਿਆ ਵਿਆਪ, ਜੋ ਘਟਾਂ ਘਟਾਂ ਦੇ ਵਿੱਚ ਵਿਆਪ ਰਿਹਾ ਹੈ, ਵਸ ਰਿਹਾ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਸੋ ਅੰਤਰ ਸੋ ਬਾਹਰ ਅਨੰਤ। ਘਟ ਘਟ ਵਿਆਪ ਰਹਿਆ ਭਗਵੰਤ। ਐਸਾ ਜੋ ਸਰਵ ਵਿਆਪਕ ਵਾਹਿਗੁਰੂ ਪਰਮੇਸ਼ਰ ਹੈ, ਭਾਈ ਸਾਨੂੰ ਉਹਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸ਼ਲੋਕ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ। ਲਓ ਹੁਣ ਇਹ ਵੀ ਅਰਦਾਸ ਬੇਨਤੀ ਦਾ ਹੀ ਸ਼ਲੋਕ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ ਦੇ ਚਰਨਾਂ ਵਿੱਚ ਇਉਂ ਅਰਦਾਸ ਬੇਨਤੀ ਕਰੋ, ਹੇ ਕਿਰਪਾ ਨਿਧ, ਕਿਰਪਾ ਦੇ ਸਮੁੰਦਰ, ਦਇਆਲ ਦਇਆ ਦੇ ਘਰ ਵਾਹਿਗੁਰੂ, ਆਏ ਪ੍ਰਭ ਸਰਨਾਗਤੀ। ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਭਾਵ ਤੁਹਾਡੀ ਚਰਨ ਸ਼ਰਨ ਦੇ ਵਿੱਚ ਆਏ ਹਾਂ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਸੱਚੇ ਪਾਤਸ਼ਾਹ ਹੁਣ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਜੇ ਆਪ ਜੀ ਦੀ ਕਿਰਪਾ ਹੋਵੇ, ਏਕ ਅੱਖਰ ਹਰ ਮਨ ਬਸਤ, ਜੇ ਇੱਕ ਅੱਖਰ ਵੀ ਬਾਣੀ ਦਾ, ਗੁਰੂ ਦੇ ਉਪਦੇਸ਼ ਦਾ ਸਾਡੇ ਮਨ ਦੇ ਵਿੱਚ ਵਸ ਜਾਵੇ, ਨਾਨਕ ਹੋਤ ਨਿਹਾਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜੀਵ ਨਿਹਾਲ ਹੋ ਸਕਦਾ ਹੈ। ਇਸ ਜੀਵ ਦਾ ਜੀਵਨ ਕਿਰਤਾਰਥ ਹੋ ਸਕਦਾ ਹੈ, ਸਾਡੀ ਜ਼ਿੰਦਗੀ ਸਫਲ ਹੋ ਸਕਦੀ ਹੈ ਜੇ ਇੱਕ ਅੱਖਰ ਵੀ ਗੁਰਬਾਣੀ ਦਾ, ਗੁਰੂ ਦੀ ਸਿੱਖਿਆ ਦਾ ਮਨ ਵਿੱਚ ਵਸ ਜਾਵੇ। ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ 52 ਅੱਖਰੀ ਬਾਣੀ ਦੇ ਵਿੱਚ ਸੰਸਕ੍ਰਿਤ ਦੀ ਵਰਣਮਾਲਾ ਦੇ 52 ਅੱਖਰ ਨੇ ਤੇ ਇੱਕ ਇੱਕ ਅੱਖਰ ਦੁਆਰਾ ਉਪਦੇਸ਼ ਦਿੱਤਾ। ਇੱਕ ਅੱਖਰ ਹਰ ਮਨ ਵਸਤ, ਇੱਕ ਅੱਖਰ ਦੁਆਰਾ ਵੀ ਜਿਹੜਾ ਉਪਦੇਸ਼ ਦਿੱਤਾ ਗਿਆ ਹੈ ਨਾ, ਉਹ ਆਪਣੇ ਆਪ ਦੇ ਵਿੱਚ ਸੰਪੂਰਨ ਹੈ। ਜੇ ਅਸੀਂ ਇੱਕ ਸ਼ਲੋਕ ਦੇ, ਇੱਕ ਪੌੜੀ ਦੇ ਵੀ ਸਿਧਾਂਤ ਨੂੰ ਆਪਣੇ ਮਨ ਵਿੱਚ ਵਸਾ ਲਈਏ ਤੇ ਸਤਿਗੁਰੂ ਕਹਿੰਦੇ ਨੇ, ਨਾਨਕ ਹੋਤ ਨਿਹਾਲ, ਤੁਸੀਂ ਨਿਹਾਲ ਹੋ ਸਕਦੇ ਹੋ। ਜੇ ਤੁਸੀਂ ਆਖੋ ਬਾਣੀ ਤਾਂ ਸਮਗਰ 1430 ਪੰਨੇ ਲਿਖੇ ਹੋਏ ਨੇ, ਇੰਨੇ ਉਪਦੇਸ਼ ਨੂੰ ਕੌਣ ਯਾਦ ਕਰੇ ਤੇ ਕੌਣ ਇਹਨੂੰ ਧਾਰਨ ਕਰੇ। ਪਰ ਸਤਿਗੁਰੂ ਕਹਿੰਦੇ ਨੇ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਸਮਗਰ ਬਾਣੀ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਵਸਾਓ। ਸਤਿਗੁਰੂ ਕਹਿੰਦੇ ਇੱਕ ਅੱਖਰ ਦਾ ਹੀ ਉਪਦੇਸ਼ ਵਸਾ ਲਓ, ਇੱਕ ਅੱਖਰ ਹੀ। ਆ ਜੋ ਇਹ 52 ਅੱਖਰਾਂ ਦੁਆਰਾ ਉਪਦੇਸ਼ ਦਿੱਤੇ ਨੇ ਨਾ, ਇੱਕ ਅੱਖਰ ਨੂੰ ਹੀ, ਇੱਕ ਅੱਖਰ ਦੇ ਸਿਧਾਂਤ ਨੂੰ ਹੀ ਆਪਣੇ ਮਨ ਵਿੱਚ ਵਸਾ ਲਓ ਤੇ ਇਹਦੇ ਨਾਲ ਹੀ ਤੁਸੀਂ ਨਿਹਾਲ ਹੋ ਜਾਵੋਗੇ। ਜਾਂ ਹੁਣ ਇੱਥੇ ਆ ਕੇ ਕਈ ਲੋਕ ਭੁਲੇਖਾ ਵੀ ਪਾਉਂਦੇ ਨੇ, ਕਹਿੰਦੇ ਦੇਖੋ ਗੁਰੂ ਮਹਾਰਾਜ ਨੇ ਲਿਖਿਆ ਇੱਕ ਅੱਖਰ, ਵੀ ਇੱਕ ਅੱਖਰ ਜਦੋਂ ਮਨ ਦੇ ਵਿੱਚ ਵਸ ਜਾਵੇ ਤੇ ਇਹ ਮਨੁੱਖ ਨਿਹਾਲ ਹੋ ਜਾਂਦਾ ਹੈ। ਉਹ ਇੱਕ ਅੱਖਰ ਕਿਹੜਾ ਹੈ? ਕਈ ਜਿਹੜੇ ਹੋਰ ਅਨਮਤਾਂ ਦੇ ਲੋਕ ਨੇ, ਉਹ ਕਹਿੰਦੇ ਤੁਸੀਂ ਓੰਕਾਰ ਦਾ ਜਾਪ ਕਰੋ, ਕੋਈ ਕਹਿੰਦਾ ਸੋਹੰਗ ਦਾ ਜਾਪ ਕਰੋ, ਕੋਈ ਕਹਿੰਦਾ ਰਾਮ ਰਾਮ ਜਪੋ, ਕੋਈ ਕਹਿੰਦਾ ਹਰੀ ਹਰੀ ਦਾ ਜਾਪ ਕਰੋ। ਪਰ ਜਿੱਥੋਂ ਤੱਕ ਇੱਕ ਅੱਖਰ ਦਾ ਸਵਾਲ ਹੈ ਨਾ, ਉਹ ਹੈ ਇੱਕ ਓੰਕਾਰ, ਜੋ ਗੁਰਬਾਣੀ ਦਾ ਬੀਜ ਮੰਤਰ ਹੈ। ਇੱਕ ਓੰਕਾਰ ਦੇ ਉੱਪਰ ਹੀ ਸਾਰੀ ਬਾਣੀ ਅੱਗੇ ਵਿਕਸਿਤ ਹੋਈ ਹੈ। ਓੰਕਾਰ ਬਾਣੀ ਦਾ ਬੀਜ ਹੈ ਤੇ ਹੈ ਵੀ ਇੱਕ ਅੱਖਰ। ਓੰਕਾਰ ਜਿਸ ਸ਼ੈਲੀ ਨਾਲ ਗੁਰੂ ਮਹਾਰਾਜ ਨੇ ਲਿਖਿਆ ਹੈ ਨਾ, ਇੱਕ ਓੰਕਾਰ ਤੁਸੀਂ ਮੰਗਲਾਚਰਨ ਧਿਆਨ ਦੇ ਨਾਲ ਪੜ੍ਹ ਕੇ ਦੇਖੋ, ਉਹ ਇੱਕੋ ਹੀ ਅੱਖਰ ਗੁਰੂ ਮਹਾਰਾਜ ਨੇ ਲਿਖਿਆ। ਊੜਾ ਅੱਖਰ ਹੈ, ਖੁੱਲੇ ਮੂੰਹ ਵਾਲਾ ਊੜਾ, ਉਹਦੇ ਉੱਤੇ ਕਾਰ ਲਿਖੀ, ਅੱਖਰ ਇੱਕੋ ਹੀ ਹੈ। ਬਸ ਉਸ ਇੱਕ ਓੰਕਾਰ ਨੂੰ, ਇੱਕ ਅੱਖਰ ਨੂੰ ਆਪਣੇ ਮਨ ਵਿੱਚ ਵਸਾਉਣਾ। ਹੋਰ ਭਰਮਾਂ ਭੁਲੇਖਿਆਂ ਦੇ ਵਿੱਚ ਨਹੀਂ ਪੈਣਾ ਵੀ ਉਹ ਅੱਖਰ ਪਤਾ ਨਹੀਂ ਹੋਰ ਕੋਈ ਸਾਨੂੰ ਸਾਧੂ ਜਾਂ ਕੋਈ ਹੋਰ ਕੋਈ ਮਹਾਤਮਾ ਸਾਨੂੰ ਦੱਸੇਗਾ। ਬਾਣੀ ਵਿੱਚ ਇੱਕ ਓੰਕਾਰ ਹੀ ਅੱਖਰ ਹੈ। ਇੱਕ ਅੱਖਰ, ਇੱਕ ਓੰਕਾਰ ਨੂੰ ਜਿਹੜਾ ਮਨ ਵਿੱਚ ਵਸਾ ਲਵੇ, ਉਹ ਨਿਹਾਲ ਹੋ ਜਾਵੇਗਾ। ਸਾਰੀ ਬਾਣੀ ਨਹੀਂ ਵੀ ਵਸਦੀ, ਇੱਕ ਓੰਕਾਰ ਨੂੰ ਹੀ ਮਨ ਵਿੱਚ ਵਸਾ ਲਓ, ਤੁਹਾਡੇ ਧਿਆਨ ਵਿੱਚ ਵਸ ਜਾਵੇ, ਉਹਦੇ ਨਾਲ ਹੀ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ। ਤੇ ਤੀਜਾ ਇਹਦਾ ਭਾਵ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਇੱਕ ਅੱਖਰ, ਜਿਹੜਾ ਅੱਖਰ ਸ਼ਬਦ ਹੈ ਨਾ, ਇਹ ਅੱਖਰ ਪਰਮਾਤਮਾ ਦਾ ਵੀ ਵਾਚਕ ਹੈ। ਕਿਉਂਕਿ ਇਹ ਜਿਹੜੇ ਗੁਰਬਾਣੀ ਦੇ ਅੱਖਰ ਨੇ ਨਾ, ਇਹਨਾਂ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਬੋਧ ਕਰਵਾਇਆ ਗਿਆ ਹੈ। ਅੱਖਰਾਂ ਦੁਆਰਾ ਉਸ ਅੱਖਰ ਪਰਮੇਸ਼ਰ ਦਾ ਹੀ ਬੋਧ ਬਖਸ਼ਿਸ਼ ਕੀਤਾ ਗਿਆ ਹੈ। ਹਜ਼ੂਰ ਕਹਿੰਦੇ ਨੇ, ਇੱਕ ਅੱਖਰ ਹਰ ਮਨ ਵਸ, ਇੱਕ ਉਹ ਅੱਖਰ ਪਰਮਾਤਮਾ ਜੇ ਸਾਡੇ ਮਨ ਦੇ ਵਿੱਚ ਵਸ ਜਾਵੇ,
ਨਾਨਕ ਹੋਤ ਨਿਹਾਲ, ਇਹਦੇ ਨਾਲ ਜੀਵਨ ਨਿਹਾਲ ਹੋ ਜਾਂਦਾ ਹੈ, ਜੀਵਨ ਸਫਲ ਹੋ ਜਾਂਦਾ ਹੈ। ਪੌੜੀ ਅੱਖਰ ਮਹਿ ਤ੍ਰੇ ਭਵਨ ਪ੍ਰਭ ਧਾਰੇ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਖਰਾਂ ਦੀ ਮਹਿਮਾ ਉਚਾਰਨ ਕਰਦੇ ਹਨ ਵੀ ਇਹਨਾਂ ਅੱਖਰਾਂ ਦੇ ਵਿੱਚ, ਕਿਉਂਕਿ ਇਹ ਜਿਹੜੀ ਸੰਸਕ੍ਰਿਤ ਦੀ ਵਰਣਮਾਲਾ ਦੇ 52 ਅੱਖਰ ਨੇ ਤੇ 52 ਅੱਖਰਾਂ ਦੁਆਰਾ ਇਸ ਬਾਣੀ ਵਿੱਚ ਉਪਦੇਸ਼ ਦਿੱਤਾ ਗਿਆ ਹੈ। ਸਤਿਗੁਰੂ ਕਹਿੰਦੇ ਨੇ ਇਹਨਾਂ ਅੱਖਰਾਂ ਦੇ ਵਿੱਚ ਹੀ ਤਿੰਨੇ ਭਵਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਧਾਰਨ ਕੀਤਾ ਹੋਇਆ ਹੈ। ਭਾਵ ਇਹਨਾਂ ਅੱਖਰਾਂ ਦੇ ਵਿੱਚ ਹੀ ਤਿੰਨੇ ਲੋਕਾਂ ਦੀ ਸਾਰੀ ਵਿਚਾਰਧਾਰਾ ਇਹਦੇ ਵਿੱਚ ਸਮਿਲਿਤ ਹੁੰਦੀ ਹੈ। ਅੱਖਰ ਕਰ ਕਰ ਵੇਦ ਵਿਚਾਰੇ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹਨਾਂ ਦੇ ਅੱਖਰਾਂ ਦੇ ਕਾਰਨ ਹੀ ਆ ਜਿਹੜੇ ਗਿਆਨ ਦੇ ਗ੍ਰੰਥ ਨੇ, ਵੇਦਾਂ ਦੇ ਵਿਚਾਰ ਪ੍ਰਗਟ ਹੋਏ ਨੇ। ਕਿਉਂਕਿ ਹੁਣ ਵੇਦ ਵੀ ਤਾਂ ਹੁਣ ਉਹ ਸੰਸਕ੍ਰਿਤ ਭਾਸ਼ਾ ਵਿੱਚ ਹੀ ਲਿਖੇ ਗਏ ਨੇ ਨਾ, ਇਸੇ ਲਈ ਸਤਿਗੁਰੂ ਕਹਿੰਦੇ ਨੇ ਅੱਖਰ ਕਰ ਕਰ ਵੇਦ ਵਿਚਾਰੇ। ਇਹਨਾਂ ਅੱਖਰਾਂ ਨੂੰ ਰਚ ਰਚ ਕੇ ਹੀ ਵੇਦਾਂ ਦੇ ਵਿਚਾਰ ਭਾਈ ਸੰਸਾਰ ਦੇ ਵਿੱਚ ਪ੍ਰਗਟ ਹੋਏ ਹਨ। ਅੱਖਰ ਸ਼ਾਸਤਰ ਸਿਮਰਤ ਪੁਰਾਨਾ। ਲਓ ਜਿਹੜੇ ਹੋਰ ਵੀ ਹਿੰਦੂ ਮਤ ਦੇ ਧਰਮ ਗ੍ਰੰਥ ਨੇ, ਵੀ ਚਾਹੇ ਉਹ ਸ਼ਾਸਤਰ ਨੇ, ਸ਼ਾਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ, ਤੇ ਚਾਹੇ ਉਹ 27 ਸਿਮਰਤੀਆਂ ਨੇ, ਤੇ ਚਾਹੇ 18 ਪੁਰਾਣੇ ਇਤਿਹਾਸਕ ਗ੍ਰੰਥ ਨੇ ਹਿੰਦੂ ਮਤ ਦੇ, ਹਜ਼ੂਰ ਕਹਿੰਦੇ ਨੇ ਇਹ ਵੀ ਸਾਰੇ ਅੱਖਰਾਂ ਦੇ ਨਾਲ ਸੰਬੰਧਿਤ ਨੇ। ਵੇਦ ਵੀ ਅੱਖਰਾਂ ਦੇ ਵਿੱਚ ਹੀ ਲਿਖੇ ਹੋਏ ਨੇ, ਇਹਨਾਂ ਅੱਖਰਾਂ ਦੇ ਵਿੱਚ ਹੀ ਨੇ। ਤੇ ਜਿੰਨੇ ਸਿਮਰਤੀਆਂ ਸ਼ਾਸਤਰ ਨੇ, ਪੁਰਾਣ ਨੇ, ਧਰਮ ਗ੍ਰੰਥ ਨੇ ਜਾਂ ਧਾਰਮਿਕ ਇਤਿਹਾਸ ਨੇ, ਉਹ ਵੀ ਸਾਰੇ ਇਹਨਾਂ ਅੱਖਰਾਂ ਦੇ ਨਾਲ ਹੀ ਜੁੜੇ ਹੋਏ ਹਨ। ਅੱਖਰ ਨਾਦ ਕਥਨ ਵਖਿਆਨਾ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਸ਼ਬਦ ਦੇ 2 ਰੂਪ ਨੇ, ਇੱਕ ਵਰਣਾਤਮਕ ਰੂਪ ਹੁੰਦਾ ਹੈ, ਦੂਸਰਾ ਤੁਨਾਤਮਕ ਰੂਪ ਹੁੰਦਾ ਹੈ। ਇਸੇ ਲਈ ਜਿੰਨੇ ਧਰਮ ਗ੍ਰੰਥ ਲਿਖੇ ਗਏ ਨੇ ਉਹ ਵੀ ਇਹਨਾਂ ਅੱਖਰਾਂ ਦੇ ਨਾਲ ਹੀ ਨੇ। ਤੇ ਬਾਕੀ ਅੱਖਰ ਨਾਦ, ਨਾਦ ਦਾ ਅਰਥ ਹੈ ਸ਼ਬਦ, ਧੁਨੀ ਜਿਹੜੀ ਮੂੰਹੋਂ ਪ੍ਰਗਟ ਹੁੰਦੀ ਹੈ, ਜਾਂ ਕਿਸੇ ਹੋਰ ਸਾਧਨ ਦੇ ਨਾਲ ਵੀ ਜੋ ਧੁਨੀ ਪ੍ਰਗਟ ਹੁੰਦੀ ਉਹਨੂੰ ਨਾਦ ਕਹਿੰਦੇ ਨੇ। ਉਹਦਾ ਵੀ ਸੰਬੰਧ ਅੱਖਰਾਂ ਦੇ ਨਾਲ ਹੀ ਹੈ। ਕਿਉਂਕਿ ਅੱਖਰ ਨਾਦ ਕਥਨ ਵਖਿਆਨਾ, ਵੀ ਜਿਹੜੀ ਸੰਗੀਤ ਦੀ ਧੁਨੀ ਹੈ, ਜਿਵੇਂ ਹੁਣ ਸੰਗੀਤ ਦੇ ਵਿੱਚ ਸਰਗਮ ਹੁੰਦੀ ਹੈ, ਸਾ ਰੇ ਗਾ ਮਾ ਪਾ ਧਾ ਨੀ ਸਾ, ਇਹਨਾਂ ਦਾ ਅੱਖਰਾਂ ਨਾਲ ਹੀ ਸੰਬੰਧ ਹੈ ਨਾ। ਚਾਹੇ ਜੋੜੀ ਦੇ ਤਾਲ ਨੇ, ਉਹਨਾਂ ਦਾ ਵੀ ਅੱਖਰਾਂ ਨਾਲ ਹੀ ਸੰਬੰਧ ਹੈ। ਕੋਈ ਚੀਜ਼ ਐਸੀ ਨਹੀਂ ਜਿਨ੍ਹਾਂ ਦਾ ਅੱਖਰਾਂ ਨਾਲ ਸੰਬੰਧ ਨਾ ਹੋਵੇ। ਹਜ਼ੂਰ ਕਹਿੰਦੇ ਨੇ ਅੱਖਰ ਨਾਦ, ਨਾਦ ਦਾ ਅਰਥ ਹੈ ਸੰਗੀਤ ਦੀ ਧੁਨੀ ਦਾ ਸੰਬੰਧ ਵੀ ਇਹਨਾਂ ਅੱਖਰਾਂ ਦੇ ਨਾਲ ਹੀ ਹੈ। ਤੇ ਕਥਨ, ਜੋ ਅਸੀਂ ਕੋਈ ਕਥਨ ਕਰਦੇ ਹਾਂ, ਕਥਾ ਵਿਚਾਰ ਕਰਦੇ ਹਾਂ, ਉਹਦਾ ਵੀ ਸੰਬੰਧ ਅੱਖਰਾਂ ਦੇ ਨਾਲ ਹੀ ਹੈ। ਤੇ ਵਖਿਆਨਾ ਜਿਹੜਾ ਅਸੀਂ ਵਖਿਆਨ ਕਰਦੇ ਹਾਂ, ਕਿਉਂਕਿ ਇੱਕ ਕੀਰਤਨ ਹੁੰਦਾ ਹੈ ਤੇ ਦੂਸਰੀ ਕਥਾ ਹੁੰਦੀ ਹੈ, ਤੀਸਰਾ ਵਖਿਆਨ ਹੁੰਦਾ ਹੈ। ਕਥਾ ਹੁੰਦੀ ਹੈ ਵੀ ਜਿਵੇਂ ਗੁਰਬਾਣੀ ਦੇ ਪਦਾਰਥ, ਫਿਰ ਭਾਵਾਰਥ, ਫਿਰ ਸਿਧਾਂਤ ਨੂੰ ਅੱਗੇ ਪ੍ਰਗਟ ਕਰਨਾ, ਇਹਨੂੰ ਕਥਾ ਕਹਿੰਦੇ ਨੇ। ਤੇ ਵਖਿਆਨ ਹੁੰਦਾ ਹੈ ਵੀ ਉਸ ਕਥਾ ਦੇ ਉੱਤੇ ਅੱਗੇ ਹੋਰ ਖੁਲਾਸਾ ਕਰੀ ਜਾਣਾ, ਉਹਨੂੰ ਵਖਿਆਨ ਕਹਿੰਦੇ ਨੇ। ਲੰਬਾ ਚੌੜਾ ਭਾਸ਼ਣ ਦੇਣਾ ਵਖਿਆਨ। ਹਜ਼ੂਰ ਕਹਿੰਦੇ ਨੇ ਨਾਦ ਜਿਹੜੀ ਸੰਗੀਤ ਦੀ ਧੁਨੀ ਹੈ, ਕੀਰਤਨ ਹੈ, ਤੇ ਕਥਨ ਕਥਾ ਵਿਚਾਰ ਹੈ, ਤੇ ਵਖਿਆਨ ਹੈ। ਕਹਿੰਦੇ ਫਲਾਣੇ ਨੇ ਲੈਕਚਰ ਬੜਾ ਸੋਹਣਾ ਦਿੱਤਾ ਹੈ, ਤੇ ਇਹਨਾਂ ਦਾ ਸੰਬੰਧ ਵੀ ਅੱਖਰਾਂ ਦੇ ਨਾਲ ਹੀ ਹੈ। ਅੱਖਰ ਮੁਕਤ ਜੁਗਤ ਭੈ ਭਰਮਾ। ਲਓ ਸਤਿਗੁਰੂ ਕਹਿੰਦੇ ਨੇ ਮੁਕਤੀ ਵੀ ਅੱਖਰਾਂ ਦੇ ਨਾਲ ਹੀ ਜੁੜੀ ਹੋਈ ਹੈ। ਤੇ ਜਿਹੜੀ ਜੁਗਤੀ ਹੈ, ਮੁਕਤੀ ਦੀ ਜੁਗਤੀ ਆ ਵੀ ਮੁਕਤੀ ਪ੍ਰਾਪਤ ਕਰਨ ਦੀ ਵਿਧੀ, ਉਹ ਵੀ ਇਹਨਾਂ ਅੱਖਰਾਂ ਦੁਆਰਾ ਹੀ ਪ੍ਰਗਟ ਹੁੰਦੀ ਹੈ। ਤੇ ਜਿਹੜਾ ਭੈ ਹੈ, 7 ਪ੍ਰਕਾਰ ਦਾ ਭੈ ਮੰਨਿਆ ਹੈ, ਉਹਦਾ ਸੰਬੰਧ ਵੀ ਇਹਨਾਂ ਅੱਖਰਾਂ ਦੇ ਨਾਲ ਹੀ ਹੈ। ਤੇ ਜਿਹੜਾ 5 ਪ੍ਰਕਾਰ ਦਾ ਪਰਮ ਹੈ, ਭੇਦ ਪਰਮ, ਕਰਤੱਤ ਪਰਮ ਆਦਿਕ, ਇਹਦਾ ਸੰਬੰਧ ਵੀ ਅੱਖਰਾਂ ਦੇ ਨਾਲ ਹੀ ਹੈ। ਅੱਖਰ ਕਰਮ ਕਿਰਤ ਸੁਚ ਧਰਮਾ। ਸਤਿਗੁਰੂ ਕਹਿੰਦੇ ਨੇ ਭਾਈ ਜਿਹੜੇ ਅਸੀਂ ਕਰਮ ਕਰਦੇ ਹਾਂ, ਵਿਧੀ ਨਿਖੇਧ ਰੂਪ ਕਰਮ ਨੇ 2 ਕਿਸਮ ਦੇ। ਤੇ ਜਿੰਨੀ ਅਸੀਂ ਕਿਰਤ ਕਰਦੇ ਹਾਂ ਉਪਜੀਵਕਾ ਦੇ ਵਾਸਤੇ, ਤੇ ਸੁਚ ਜਿੰਨੀ ਪਵਿੱਤਰਤਾ ਕਰਦੇ ਹਾਂ, ਤੇ ਧਰਮਾਂ ਜਿੰਨੇ ਵੀ ਹੋਰ ਅਸੀਂ ਧਰਮ ਪੁੰਨ ਦਾਨ ਵਰਤ ਨੇਮ ਕਰਦੇ ਹਾਂ, ਇਹਨਾਂ ਚੀਜ਼ਾਂ ਦਾ ਸੰਬੰਧ ਵੀ ਇਹਨਾਂ ਅੱਖਰਾਂ ਦੇ ਨਾਲ ਹੀ ਹੈ। ਕਿਉਂਕਿ ਪੁੰਨ ਪਾਪਾਂ ਦੀ ਵਿਚਾਰ, ਕਰਮ ਕਾਂਡ ਦੀ ਵਿਚਾਰ, ਤੇ ਹੋਰ ਜਿੰਨੀ ਵੀ ਪਵਿੱਤਰਤਾ ਜਾਂ ਹੋਰ ਧਰਮ ਪੁੰਨ ਦੇ ਕਰਮ ਨੇ, ਉਹਨਾਂ ਦਾ ਸੰਬੰਧ ਵੀ ਅੱਖਰਾਂ ਦੇ ਨਾਲ ਹੀ ਹੈ। ਇਹਨਾਂ ਅੱਖਰਾਂ ਦੇ ਨਾਲ ਹੀ ਉਹਨਾਂ ਦੇ
ਕੋਈ ਵਿਧੀ ਵਿਧਾਨ ਦੱਸੇ ਜਾਂਦੇ ਹਨ। ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਖੀਰ ਤੇ ਆਪਣਾ ਜਿਹੜਾ ਸਿਧਾਂਤ ਪ੍ਰਗਟ ਕਰਦੇ ਹਨ ਵੀ ਇਹ ਜਿੰਨੇ ਵੀ ਦ੍ਰਿਸ਼ਟਮਾਨ ਅੱਖਰ ਨੇ ਇਹ ਤਾਂ ਇੱਕ ਇਸ਼ਾਰੇ ਨੇ, ਇਹ ਤਾਂ ਇੰਗਤ ਨੇ, ਇਹ ਤੇ ਉਸ ਚੀਜ਼ ਨੂੰ ਜਣਾ ਰਹੇ ਨੇ। ਇਸ ਲਈ ਜਿੰਨੇ ਵੀ ਦ੍ਰਿਸ਼ਟਮਾਨ ਅੱਖਰ ਹਨ ਨਾਨਕ ਪਰ ਬ੍ਰਹਮ ਨਿਰਲੇਪਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਾਂ ਇਹਨਾਂ ਅੱਖਰਾਂ ਤੋਂ ਵੀ ਨਿਰਲੇਪ ਹੈ। ਉਹ ਵਾਹਿਗੁਰੂ ਪਰਮੇਸ਼ਰ ਇਹਨਾਂ ਅੱਖਰਾਂ ਦੇ ਵਿੱਚ ਕੈਦ ਨਹੀਂ ਹੋ ਸਕਦਾ। ਹਾਂ, ਇਹਨਾਂ ਅੱਖਰਾਂ ਦੁਆਰਾ ਉਹਦਾ ਗਿਆਨ ਜ਼ਰੂਰ ਪ੍ਰਾਪਤ ਹੋ ਸਕਦਾ ਹੈ, ਪਰ ਜੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ ਤੇ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਦ੍ਰਿਸ਼ਟਮਾਨ ਇਹਨਾਂ ਅੱਖਰਾਂ ਤੋਂ ਰਹਿਤ ਹੈ। ਤੇ ਜਦੋਂ ਆਦਮੀ ਅਭਿਆਸ ਕਰਦਾ ਹੋਇਆ ਤੇ ਜਿਸ ਵੇਲੇ ਉਸ ਦਾ ਮਨ ਨਿਰਵਿਚਾਰ ਹੋ ਜਾਂਦਾ ਹੈ ਤੇ ਅਫੁਰ ਅਵਸਥਾ ਨੂੰ ਪਹੁੰਚ ਜਾਂਦਾ ਹੈ ਤੇ ਫਿਰ ਉੱਥੇ ਜਾ ਕੇ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਗਟ ਹੁੰਦਾ ਹੈ। ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਕੋਈ ਵਿਚਾਰ ਚੱਲਦੇ ਨੇ, ਖਿਆਲ ਚੱਲਦੇ ਨੇ, ਅੱਖਰਾਂ ਦੇ ਨਾਲ ਸੰਬੰਧਿਤ ਹੈ ਨਾ ਖਿਆਲ ਤੇ ਵਿਚਾਰ ਜਿਹੜੇ ਅੰਦਰ ਵੀ ਸਾਡੇ ਮਨ ਵਿੱਚ ਚੱਲਦੇ ਨੇ, ਜਿੰਨਾ ਚਿਰ ਸਾਡੇ ਅੰਦਰ ਵਿਚਾਰ ਤੇ ਖਿਆਲ ਚੱਲਦੇ ਰਹਿੰਦੇ ਨੇ ਇਹ ਇਸ ਤਰ੍ਹਾਂ ਹੀ ਨੇ ਜਿਵੇਂ ਆਕਾਸ਼ ਦੇ ਵਿੱਚ ਬੱਦਲ ਮੰਡਰਾਉਂਦੇ ਨੇ ਤੇ ਜਦੋਂ ਸਾਰੇ ਵਿਚਾਰ ਤੇ ਖਿਆਲ ਇੱਕਦਮ ਸ਼ਾਂਤ ਹੋ ਜਾਂਦੇ ਨੇ ਤੇ ਫਿਰ ਅਸਲੀ ਸੂਰਜ ਦਾ ਪ੍ਰਕਾਸ਼ ਦਿਖਾਈ ਦਿੰਦਾ। ਇਸੇ ਤਰ੍ਹਾਂ ਜਦੋਂ ਸਾਡੇ ਬਾਹਰੋਂ ਜਿਹੜੇ ਚਿਤਵੇ ਹੋਏ ਖਿਆਲ ਨੇ, ਵਿਚਾਰ ਨੇ, ਉਹ ਸਾਰੇ ਹੀ ਆਲੋਪ ਹੋ ਜਾਂਦੇ ਨੇ। ਸਿਮਰਨ ਕਰਦਿਆਂ ਮਨੋਨਾਸ ਵਾਸ਼ਨਾ ਖੈ ਤਤ ਚਿੰਤਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਬੋਧ ਹੁੰਦਾ ਹੈ। ਸ਼ਲੋਕ ਹੱਥ ਕਲਮ ਅਗਮ ਮਸਤਕ ਲਿਖਾਵਤੀ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਹੈ। ਹੱਥ ਕਲਮ ਅਗਮ, ਉਸ ਵਾਹਿਗੁਰੂ ਪਰਮੇਸ਼ਰ ਅਗਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਉਸ ਅਗਮ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਇੱਕ ਕਲਮ ਫੜੀ ਹੋਈ ਹੈ। ਕਲਮ ਦਾ ਅਰਥ ਕਲਮ। ਉਸ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਇੱਕ ਅਗੰਮੀ ਕਲਮ ਫੜੀ ਹੋਈ ਹੈ। ਮਸਤਕ ਲੇਖਾਵਤੀ, ਔਰ ਉਹ ਸਭ ਜੀਵਾਂ ਦੇ ਮੱਥੇ ਤੇ ਲੇਖ ਲਿਖਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਪਿੱਛੇ ਇਸ਼ਾਰਾ ਕੀਤਾ ਸੀ, ਸਭਨਾ ਲਿਖਿਆ ਵੁੜੀ ਕਲਾਮ। ਸਭ ਦੇ ਮੱਥੇ ਉੱਤੇ ਵਾਹਿਗੁਰੂ ਪਰਮੇਸ਼ਰ ਨੇ ਲੇਖ ਲਿਖਿਆ ਹੈ। ਵਾਹਿਗੁਰੂ ਦੇ ਹੱਥ ਵਿੱਚ ਇੱਕ ਕਲਮ ਫੜੀ ਹੋਈ ਹੈ ਜਿਸ ਕਲਮ ਦੇ ਨਾਲ ਸਭ ਦੇ ਮੱਥੇ ਤੇ ਲੇਖ ਲਿਖੇ ਜਾਂਦੇ ਨੇ। ਤੇ ਨਾਲ ਕਲਗੀਧਰ ਪਾਤਸ਼ਾਹ ਨੇ ਵੀ ਇਸ ਸਿਧਾਂਤ ਦੀ ਇਉਂ ਵਿਆਖਿਆ ਕੀਤੀ ਹੈ। ਹਜ਼ੂਰ ਕਹਿੰਦੇ ਨੇ ਕਰੀ ਲੋਹ ਕਰਮੰ ਲਿਖਿਓ ਲੇਖ ਮਾਥੰ ਸਭੀ ਜੇਰ ਕੀਨੇ ਬਲੀ ਕਾਲ ਨਾਥੰ। ਉਸ ਵਾਹਿਗੁਰੂ ਪਰਮੇਸ਼ਰ ਨੇ ਲੋਹੇ ਦੀ ਕਲਮ ਪਕੜ ਕੇ ਉਹਦੇ ਨਾਲ ਲੇਖ ਲਿਖੇ ਹੋਏ ਨੇ ਜਿਹੜੇ ਕਦੇ ਢਹਿ ਨਹੀਂ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਹੱਥ ਕਲਮ ਅਗਮ, ਉਸ ਅਗਮ ਵਾਹਿਗੁਰੂ ਦੇ ਹੱਥ ਵਿੱਚ ਇੱਕ ਐਸੀ ਕਲਮ ਫੜੀ ਹੋਈ ਹੈ ਜੋ ਸਭ ਜੀਵਾਂ ਦੇ ਮੱਥੇ ਤੇ ਲੇਖ ਲਿਖ ਰਹੀ ਹੈ। ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ। ਉਹ ਵਾਹਿਗੁਰੂ ਬਹੁਤ ਉਪਮਾ ਤੋਂ ਰਹਿਤ ਸੁੰਦਰ ਰੂਪ ਵਾਲਾ ਹੈ। ਉਰਜ ਰਹਿਓ ਸਭ ਸੰਗ, ਵੀ ਉਹ ਸਾਰਿਆਂ ਦੇ ਨਾਲ ਹੀ ਉਲਝ ਰਿਹਾ ਹੈ, ਸਾਰਿਆਂ ਦੇ ਵਿੱਚ ਹੀ ਵਸ ਰਿਹਾ ਹੈ। ਜਿਵੇਂ ਕਿਸੇ ਮਾਲਾ ਦੇ ਮਣਕਿਆਂ ਵਿੱਚ ਸੂਤ ਪਰੋਇਆ ਹੁੰਦਾ ਹੈ ਨਾ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਹਜ਼ੂਰ ਕਹਿੰਦੇ ਸਭ ਦੇ ਨਾਲ ਹੀ ਉਲਝ ਰਿਹਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਇਉਂ ਵਾਹਿਗੁਰੂ ਪਰਮੇਸ਼ਰ ਬੜੇ ਹੀ ਅਨੂਪਮ ਰੂਪ ਵਾਲਾ ਸਭ ਦੇ ਨਾਲ ਉਰਜ ਰਿਹਾ, ਸਭ ਦੇ ਨਾਲ ਅੰਗ ਸੰਗ ਵਸ ਰਿਹਾ ਹੈ। ਉਸਤਤ ਕਹਿਨ ਨਾ ਜਾਏ ਮੁਖੋਂ ਤੁਹਾਰੀਆ। ਲੋਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਬੇਅੰਤ ਹੋ, ਤੁਸੀਂ ਇੰਨੇ ਬੇਅੰਤ ਹੋ ਤੁਹਾਡੀ ਉਸਤਤ ਕਹੀ ਹੀ ਨਹੀਂ ਜਾ ਸਕਦੀ। ਮੇਰੇ ਕੋਲ ਸ਼ਬਦ ਨਹੀਂ, ਮੇਰੇ ਕੋਲੋਂ ਸ਼ਕਤੀ ਨਹੀਂ ਕਿ ਮੈਂ ਆਪ ਜੀ ਦੀ ਸਿਫਤ ਬਿਆਨ ਕਰ ਸਕਾਂ। ਸਤਿਗੁਰੂ ਨੇ ਇਸੇ ਲਈ ਤਾਂ ਕਿਹਾ ਹੈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਵਾਹਿਗੁਰੂ ਦੀ ਬੇਅੰਤ ਵਡਿਆਈ ਹੈ। ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਸਾਡੀ ਬੁੱਧੀ ਹੈ ਜਾਂ ਸਪਾਸ ਬਿਰਤੀ ਹੈ, ਸਾਡੀ ਆਤਮਾ ਹੈ, ਹੇ ਵਾਹਿਗੁਰੂ ਜੀ ਆਪ ਜੀ ਦੇ ਦਰਸ਼ਨ ਕਰਕੇ ਮੋਹਿਤ ਹੋ ਗਈ ਹੈ। ਮੋਹੀ ਦੇਖ ਦਰਸ,
ਇਹ ਮੇਰੀ ਬੁੱਧੀ ਮੇਰੀ ਆਤਮਾ ਆਪ ਜੀ ਦੇ ਦਰਸ਼ਨ ਕਰਕੇ ਮੋਹਿਤ ਹੋ ਗਈ ਹੈ, ਭਾਵ ਤੁਹਾਡੀ ਆਸ਼ਿਕ ਬਣ ਗਈ ਹੈ ਤੇ ਮੈਂ ਆਪ ਜੀ ਤੋਂ ਬਲਿਹਾਰ ਜਾਨਾ ਹਾਂ। ਪੌੜੀ ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ। ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਸਤੋਤਰ ਕਰਦੇ ਹਨ, ਕਿਉਂਕਿ ਪਹਿਲਾਂ ਤੇ ਆਖਿਆ ਸੀ ਨਾ ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀਆ, ਇਹ ਗੱਲ ਕਹਿ ਕੇ ਹੁਣ ਉਸ ਵਾਹਿਗੁਰੂ ਪਰਮੇਸ਼ਰ ਦਾ ਅਸਤੋਤਰ ਕਰਨ ਲੱਗੇ ਹਨ। ਹੇ ਅਚੁੱਤ ਹੇ ਵਾਹਿਗੁਰੂ ਤੁਸੀਂ ਆਗੜ ਸਰੂਪ ਹੋ, ਹੇ ਵਾਹਿਗੁਰੂ ਜੀ ਤੁਸੀਂ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੋ ਤੇ ਅਬਨਾਸੀ ਨਾਸ ਤੋਂ ਰਹਿਤ ਤੇ ਅਗਨਾਸ ਸਾਰੇ ਪਾਪਾਂ ਨੂੰ ਨਾਸ ਕਰਨ ਵਾਲੇ ਹੋ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਵਾਹਿਗੁਰੂ ਜੀ ਤੁਸੀਂ ਸਰਬ ਗੁਣ ਭਰਪੂਰ ਹੋ ਤੇ ਤੁਸੀਂ ਸਾਰਿਆਂ ਦੇ ਵਿੱਚ ਹੀ ਵਸ ਰਹੇ ਹੋ, ਸਭ ਦੁੱਖਾਂ ਨੂੰ ਵੀ ਭੰਜਨ ਨਾਸ ਕਰਨ ਵਾਲੇ ਗੁਣਤਾਸ ਗੁਣਾਂ ਦੇ ਪਾਤਰ ਗੁਣਾਂ ਦੇ ਖਜ਼ਾਨੇ ਹੋ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਸੰਗੀ ਸਾਥੀ ਹੋ, ਸਭ ਦੇ ਮਿੱਤਰ ਹੋ, ਸਭ ਦੇ ਸਹਾਈ ਹੋ ਤੇ ਤੁਸੀਂ ਨਿਰਾਕਾਰ ਸਰੂਪ ਹੋ। ਹੇ ਵਾਹਿਗੁਰੂ ਜੀ ਤੁਸੀਂ ਨਿਰਗੁਣ ਸਰੂਪ ਹੋ, ਤਿਰਗੁਣ ਅਤੀਤ ਹੋ ਤੇ ਸਭ ਟੇਕ ਸਾਰੇ ਜੀਵਾਂ ਦੀ ਟੇਕ ਹੋ, ਭਾਵ ਸਾਰੇ ਜੀਵ ਤੁਹਾਡੇ ਹੀ ਭਰੋਸੇ ਤੇ ਜੀ ਰਹੇ ਹਨ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਵਾਹਿਗੁਰੂ ਜੀ ਤੁਸੀਂ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਹੋ। ਹੇ ਵਾਹਿਗੁਰੂ ਜੀ ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਜਾ ਕੈ ਸਦਾ ਵਿਵੇਕ ਜਿਸ ਆਪ ਜੀ ਦੇ ਹਿਰਦੇ ਵਿੱਚ ਹਮੇਸ਼ਾ ਲਈ ਵਿਵੇਕ ਦਾ ਅਰਥ ਹੈ ਯਥਾਰਥ ਗਿਆਨ ਤੁਹਾਡੇ ਅੰਦਰ ਪ੍ਰਗਟ ਹੋ ਰਿਹਾ ਹੈ। ਹੇ ਅਪਰੰਪਰ ਹਰ ਹਰੇ ਹੈ ਭੀ ਹੋਵਨਹਾਰ। ਹੇ ਵਾਹਿਗੁਰੂ ਜੀ ਤੁਸੀਂ ਅਪਰੰਪਰ ਦਾ ਅਰਥ ਹੈ ਪ੍ਰਕਿਰਤੀ ਤੋਂ ਪਰੇ ਹੋ ਤੇ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲੇ ਤੇ ਸਭ ਨੂੰ ਹਰੇ ਪਰੇ ਕਰਨ ਵਾਲੇ ਹੋ। ਹੈ ਭੀ ਹੋਵਨਹਾਰ ਤੁਸੀਂ ਮਹਾਰਾਜ ਹੈ ਹੁਣ ਵੀ ਹੋ, ਵਰਤਮਾਨ ਕਾਲ ਦੇ ਵਿੱਚ ਭੀ ਪਿੱਛੇ ਵੀ ਸੀ ਤੇ ਹੋਵਨਹਾਰ ਅੱਗੇ ਨੂੰ ਵੀ ਹੋਣ ਵਾਲੇ ਹੋ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਦੀ ਹੀ ਇਹ ਵਿਆਖਿਆ ਕੀਤੀ ਹੈ। ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਸੰਤਹ ਕੈ ਬੋਲਣਾ, ਹੇ ਸੰਤਹ ਕੈ ਸਦਾ ਸੰਗ। ਹੇ ਵਾਹਿਗੁਰੂ ਜੀ ਤੁਸੀਂ ਆਪਣੇ ਸੰਤਾਂ ਦੇ ਹਮੇਸ਼ਾ ਨਾਲ ਵਸਦੇ ਹੋ, ਕਿਉਂਕਿ ਵਾਹਿਗੁਰੂ ਦੇ ਭਗਤ ਸੰਤ ਮਹਾਂਪੁਰਖ ਹਮੇਸ਼ਾ ਲਈ ਵਾਹਿਗੁਰੂ ਦੇ ਪਿਆਰੇ ਨੇ, ਇਸ ਲਈ ਵਾਹਿਗੁਰੂ ਉਹਨਾਂ ਦੇ ਨਾਲ ਰਹਿੰਦਾ ਹੈ। ਨਿਧਾਰਾ ਆਧਾਰ ਤੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਨਿਆਸਰਾਂ ਦਾ ਆਸਰਾ ਵੀ ਤੁਸੀਂ ਹੋ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਹੇ ਵਾਹਿਗੁਰੂ ਜੀ ਤੁਸੀਂ ਠਾਕੁਰ ਮਾਲਕ ਹੋ ਤੇ ਮੈਂ ਤੁਹਾਡਾ ਦਾਸਰਾ ਹਾਂ, ਮੈਂ ਤੁਹਾਡਾ ਇੱਕ ਨੌਕਰ ਹਾਂ, ਤੁਹਾਡਾ ਸੇਵਾਦਾਰ ਹਾਂ। ਮੈਂ ਨਿਰਗੁਣ ਗੁਣ ਨਹੀਂ ਕੋਈ ਮਹਾਰਾਜ, ਮੈਂ ਤੇ ਨਿਰਗੁਣਿਆਰਾ ਹਾਂ, ਮੇਰੇ ਵਿੱਚ ਕੋਈ ਇੱਕ ਵੀ ਗੁਣ ਨਹੀਂ ਹੈ। ਨਾਨਕ ਦੀਜੈ ਨਾਮਦਾਨ ਰਾਖੋ ਹੀਐ ਪਰੋਏ। ਇਹ ਮਹਾਰਾਜ ਮੇਰੀ ਤਾਂ ਇਹੀ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਨਾਮ ਦਾ ਦਾਨ ਬਖਸ਼ੋ, ਰਾਖੋ ਹੀਐ ਪਰੋਏ ਤੇ ਮੈਂ ਆਪ ਜੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਾਂ। ਇਹਦਾ ਮਤਲਬ ਇਹ ਹੈ ਵੀ ਜਿਵੇਂ ਆਪਾਂ ਕੋਈ ਹੀਰੇ ਮੋਤੀਆਂ ਦਾ ਹਾਰ ਉਹਨੂੰ ਗਲ ਵਿੱਚ ਪਾ ਕੇ ਰੱਖਦੇ ਹਾਂ ਤੇ ਉਹਨੂੰ ਸੰਭਾਲ ਕੇ ਰੱਖਦੇ ਹਾਂ, ਇਸੇ ਤਰ੍ਹਾਂ ਤੁਹਾਡਾ ਨਾਮ ਹੀਰੇ ਰਤਨਾਂ ਵਾਂਗੂ ਬੜਾ ਅਮੋਲਕ ਹੈ। ਮੈਂ ਸਵਾਸਾਂ ਦਾ ਸੂਤ ਬਣਾ ਕੇ ਤੇ ਤੇਰੇ ਨਾਮ ਦੇ ਇਸ ਹੀਰੇ ਮੋਤੀਆਂ ਨੂੰ ਪਰੋ ਕੇ ਹਮੇਸ਼ਾ ਲਈ ਇਹ ਗਲ ਦੇ ਵਿੱਚ ਹਾਰ ਬਣਾ ਕੇ ਪਾਈ ਰੱਖਾਂ। ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ। ਲਓ ਹੁਣ ਇੱਥੋਂ ਤੱਕ 55 ਸ਼ਲੋਕ ਸੰਪੂਰਨ ਹੋਏ ਨੇ। ਇਹ ਜਿਹੜਾ ਸ਼ਲੋਕ ਹੈ ਆਰੰਭ ਦੇ ਵਿੱਚ ਵੀ ਸੀ ਤੇ ਹੁਣ ਅਖੀਰ ਤੇ ਵੀ ਗੁਰੂ ਮਹਾਰਾਜ ਲਿਖਦੇ ਨੇ। ਇਹਨੂੰ ਉਪਕਰਮ ਉਪਸੰਹਾਰ ਵੀ ਵਿਦਵਾਨ ਕਹਿੰਦੇ ਨੇ ਵੀ ਜਿਸ ਪ੍ਰਕਰਨ ਤੋਂ ਕਿਸੇ ਬਾਣੀ ਦਾ ਕਿਸੇ ਰਚਨਾ ਦਾ ਆਰੰਭ ਕਰਨਾ ਉਹਦੇ ਵਿੱਚ ਹੀ ਸੰਪੂਰਨਤਾ ਕਰਨੀ, ਇਹਨੂੰ ਉਪਕਰਮ ਉਪਸੰਹਾਰ ਜੁਗਤੀ ਕਹਿੰਦੇ ਨੇ। ਤੇ ਪਹਿਲੇ ਆਰੰਭ ਦੇ ਵਿੱਚ ਵੀ ਸਤਿਗੁਰੂ ਨੇ ਗੁਰਦੇਵ ਦਾ ਮੰਗਲਾਚਰਨ ਕੀਤਾ ਸੀ ਤੇ ਹੁਣ ਅਖੀਰ ਤੇ ਵੀ ਉਹੀ ਸ਼ਲੋਕ ਲਿਖ ਰਹੇ ਹਨ। ਗੁਰਦੇਵ ਮਾਤਾ, ਉਹ ਗੁਰਦੇਵ ਹੀ ਸਾਡੀ ਮਾਤਾ ਹੈ, ਭਾਵ ਪੂਜਨੀਕ ਸਤਿਗੁਰੂ ਹੀ ਸਾਡੀ ਮਾਤਾ ਹੈ ਤੇ ਪੂਜਨੀਕ ਸਤਿਗੁਰੂ ਹੀ ਸਾਡੇ ਧਰਮ ਪਿਤਾ ਨੇ
ਤੇ ਪੂਜਨੀਕ ਸਤਿਗੁਰੂ ਹੀ ਸਾਡੇ ਸੁਆਮੀ ਮਾਲਕ ਨੇ ਤੇ ਉਹੀ ਸਾਡੇ ਪਰਮੇਸ਼ਰ ਹਨ। ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ। ਹਾਂ, ਗੁਰਦੇਵ ਪੂਜਨੀਕ ਸਤਿਗੁਰੂ ਹੀ ਸਾਡੇ ਸਖਾ ਪਿਆਰੇ ਨੇ ਤੇ ਪੂਜਨੀਕ ਸਤਿਗੁਰੂ ਹੀ ਅਗਿਆਨ ਦੇ ਹਨੇਰੇ ਨੂੰ ਭੰਜਨ ਨਾਸ਼ ਕਰਨ ਵਾਲੇ ਨੇ। ਗੁਰਦੇਵ ਬੰਧਪ ਸਹੋਦਰਾ, ਤੇ ਭਾਈ ਗੁਰਦੇਵ ਸਤਿਗੁਰੂ ਮਹਾਰਾਜ ਹੀ ਸਾਡੇ ਬੰਧਪ ਦਾਰਤਾ ਸੰਬੰਧੀ ਨੇ ਤੇ ਉਹੀ ਸਕੇ ਸਹੋਦਰੇ ਹਨ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ। ਜਿਹੜਾ ਸਹੋਦਰਾ ਸ਼ਬਦ ਹੈ ਵੀ ਜਿਵੇਂ ਸਕਾ ਭਰਾ ਹੋਵੇ, ਕੋਈ ਸਕਾ ਸੰਬੰਧੀ ਹੋਵੇ, ਉਹਦੇ ਲਈ ਸਹੋਦਰਾ ਸ਼ਬਦ ਵਰਤਿਆ ਜਾਂਦਾ ਹੈ। ਵੀ ਗੁਰਦੇਵ ਹੀ ਸਾਡੇ ਸਕੇ ਸਹੋਦਰੇ ਨੇ, ਭਰਾ ਨੇ, ਮਾਂ ਦੇ ਜਾਏ ਨੇ। ਗੁਰਦੇਵ ਦਾਤਾ, ਵੀ ਗੁਰਦੇਵ ਹੀ ਅਸਲੀ ਜੀ ਦਾਨ ਦੇਣ ਵਾਲਾ ਦਾਤਾ ਹੈ ਤੇ ਹਰ ਨਾਮ ਉਪਦੇਸ਼ ਹੈ। ਤੇ ਗੁਰਦੇਵ ਹੀ ਸਾਨੂੰ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਦੇਣ ਵਾਲਾ ਹੈ। ਗੁਰਦੇਵ ਮੰਤ ਨਿਰੋਧਰਾ, ਭਾਈ ਉਸ ਗੁਰਦੇਵ ਪੂਜਨੀਕ ਸਤਿਗੁਰੂ ਮਹਾਰਾਜ ਦਾ ਜੋ ਮੰਤਰ ਹੈ ਉਹ ਨਿਰੋਧਰ ਮੰਤਰ ਹੈ। ਭਾਵ ਜਿਹੜਾ ਬਿਨਾਂ ਰੋਕ ਤੋਂ ਫਲ ਦੇਵੇ ਉਸ ਨੂੰ ਨਿਰੋਧਰ ਮੰਤ ਕਹਿੰਦੇ ਨੇ। ਅਥਵਾ ਗੁਰਦੇਵ ਮੰਤ ਨਿਰੋਧਰਾ, ਵੀ ਜਿਹੜਾ ਗੁਰਦੇਵ ਦਾ ਮੰਤਰ ਹੈ ਨਿਰੋਧਰਾ, ਇਹ ਸਾਡੇ ਭਟਕਦੇ ਮਨ ਨੂੰ ਨਿਰੋਧਣ ਵਾਲਾ ਹੈ, ਰੋਕਣ ਵਾਲਾ ਹੈ, ਮਨ ਨੂੰ ਟਿਕਾਉਣ ਵਾਲਾ ਹੈ। ਅਥਵਾ ਨਿਰੋਧਰਾ ਦਾ ਅਰਥ ਤੀਜਾ ਮਹਾਂਪੁਰਖ ਇਹ ਕਰਦੇ ਸਨ ਵੀ ਗੁਰਦੇਵ ਜੀ ਦਾ ਮੰਤਰ ਨਿਰਵਿਸ਼ੇਸ਼ ਕਰਕੇ ਉਧਾਰ ਕਰਨ ਵਾਲਾ ਹੈ। ਗੁਰਦੇਵ ਸਾਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ਼ਾਂਤ ਸਰੂਪ ਨੇ ਤੇ ਸਤ ਸਰੂਪ ਨੇ ਤੇ ਬੁੱਧ ਮੂਰਤ ਉਹ ਪ੍ਰਗਿਆ ਦਾ ਸਰੂਪ ਨੇ ਅਥਵਾ ਗਿਆਨ ਸਰੂਪ ਨੇ। ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਸੱਚੇ ਪਾਤਸ਼ਾਹ ਪੂਜਨੀਕ ਸਤਿਗੁਰੂ ਪਾਰਸ ਵਰਗੇ ਨੇ ਤੇ ਜਿਹੜੀ ਗੁਰੂ ਦੀ ਪਾਰਸ ਸ਼ੋਹ ਹੈ ਉਹ ਪਾਰਸ ਦੇ ਨਾਲੋਂ ਵੀ ਪਰਾ ਉਤਕ੍ਰਿਸ਼ਟ ਹੈ। ਕਿਉਂਕਿ ਪਾਰਸ ਤਾਂ ਸੱਤ ਧਾਤਾਂ ਨੂੰ ਹੀ ਸੋਨਾ ਬਣਾਉਂਦਾ ਹੈ, ਪਰ ਸਤਿਗੁਰੂ ਮਹਾਰਾਜ ਸਿੱਖ ਨੂੰ ਆਪਣਾ ਰੂਪ ਕਰ ਲੈਂਦੇ ਹਨ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ। ਇਹ ਪੂਜਨੀਕ ਸਤਿਗੁਰੂ ਮਹਾਰਾਜ ਤੀਰਥ ਨੇ ਤੇ ਗੁਰੂ ਮਹਾਰਾਜ ਨਾਮ ਅੰਮ੍ਰਿਤ ਦੇ ਸਰੋਵਰ ਨੇ ਤੇ ਗੁਰੂ ਮਹਾਰਾਜ ਦਾ ਗਿਆਨ ਵੀ ਇੱਕ ਤੀਰਥ ਹੈ। ਤੇ ਜਿਹੜਾ ਗੁਰੂ ਦੇ ਗਿਆਨ ਦੇ ਵਿੱਚ ਮੱਜਨ ਇਸ਼ਨਾਨ ਕਰ ਲਵੇ ਅਪਰੰਪਰਾ, ਉਹਨੂੰ ਪ੍ਰਕਿਰਤੀ ਤੋਂ ਪਰੇ ਅਪ੍ਰਕਿਰਤਕ ਫਲ ਪ੍ਰਾਪਤ ਹੋ ਜਾਂਦਾ ਹੈ। ਭਾਵ ਉਸ ਨੂੰ ਵਾਹਿਗੁਰੂ ਦਾ ਗਿਆਨ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰਾ। ਭਾਈ ਪੂਜਨੀਕ ਸਤਿਗੁਰੂ ਮਹਾਰਾਜ ਕਰਤਾ ਪੁਰਖ ਨੇ, ਪਰਮੇਸ਼ਰ ਦਾ ਰੂਪ ਨੇ ਤੇ ਸਾਰੇ ਪਾਪਾਂ ਨੂੰ ਵੀ ਹਰਤਾ ਨਾਸ਼ ਕਰਨ ਵਾਲੇ ਨੇ। ਗੁਰਦੇਵ ਪਤਤ ਪਵਿੱਤ ਕਰਾ, ਪੂਜਨੀਕ ਸਤਿਗੁਰੂ ਭਾਈ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾ। ਲੋ ਪੂਜਨੀਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਦ ਸੰਸਾਰ ਤੋਂ ਪਹਿਲਾਂ ਵੀ ਸੀ ਤੇ ਜੁਗਾਦ ਜਦੋਂ ਕਾਲ ਦੀ ਜੁਗਾਂ ਦੀ ਸਿਰਜਣਾ ਹੋਈ ਉਸ ਵੇਲੇ ਵੀ ਮੌਜੂਦ ਸੀ ਤੇ ਗੁਰਦੇਵ ਤਾਂ ਜੁਗਾਂ ਜੁਗਾਂ ਦੇ ਵਿੱਚ ਪ੍ਰਗਟ ਹੁੰਦੇ ਆਏ ਨੇ ਤੇ ਰਹਿਣਗੇ। ਭਾਵ ਜਿਹੜੀ ਅਸਲੀ ਗੁਰੂ ਜੋਤ ਹੈ, ਗੁਰੂ ਸ਼ਕਤੀ ਹੈ, ਉਹਦਾ ਦੇਸ਼ ਕਾਲ ਦੇ ਨਾਲ ਕੋਈ ਸੰਬੰਧ ਨਹੀਂ। ਉਹ ਸੰਸਾਰ ਤੋਂ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਤੇ ਜਦੋਂ ਸੰਸਾਰ ਨਹੀਂ ਹੋਵੇਗਾ ਉਸ ਵੇਲੇ ਵੀ ਉਹ ਸ਼ਕਤੀ ਮੌਜੂਦ ਹੋਵੇਗੀ। ਗੁਰੂ ਜੋਤ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਇਹ ਗੁਰੂ ਦੀ ਪਰਮੇਸ਼ਰ ਰੂਪ ਕਰਕੇ ਸਤਿਗੁਰੂ ਨੇ ਮਹਿਮਾ ਉਚਾਰਨ ਕੀਤੀ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ। ਗੁਰਦੇਵ ਪੂਜਨੀਕ ਸਤਿਗੁਰੂ ਆਦ ਜੁਗਾ ਸਦਾ ਸਦਾ ਤੋਂ ਹੈ ਤੇ ਜੁਗਾਂ ਜੁਗਾਂ ਤੱਕ ਰਹੇਗਾ। ਗੁਰਦੇਵ ਮੰਤ ਹਰ ਜਪ ਉਧਰਾ, ਅਸੀਂ ਗੁਰਦੇਵ ਜੀ ਦਾ ਮੰਤਰ ਜਪ ਕੇ ਤੇ ਵਾਹਿਗੁਰੂ ਦਾ ਨਾਮ ਜਪ ਕੇ ਉਧਰ ਗਏ ਹਾਂ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਸਾਨੂੰ ਗੁਰਦੇਵ ਪੂਜਨੀਕ ਸਤਿਗੁਰੂ ਦੀ ਸੰਗਤ ਵਿੱਚ ਮੇਲ ਦੇਵੋ। ਕਿਉਂਕਿ ਸਤਿਗੁਰੂ ਪਾਰਸ ਨੇ, ਅਸੀਂ ਮਨੋਰ ਵਾਂਗ ਹਾਂ। ਸਤਿਗੁਰੂ ਬੇੜੀ ਵਾਂਗ ਨੇ, ਅਸੀਂ ਪੱਥਰ ਵਾਂਗ ਹਾਂ। ਹਾਂ ਮੂੜ ਪਾਪੀ ਜਿਤ ਲਗ ਤਰਾ, ਸੀ ਮੂਰਖ ਪਾਪੀ ਜਿਸ ਗੁਰੂ ਦੇ ਲੜ ਲੱਗ ਕੇ ਤਰ ਸਕਦੇ ਹਾਂ। ਇਸ ਲਈ ਹੈ ਵਾਹਿਗੁਰੂ ਤੂੰ ਕਿਰਪਾ ਕਰ, ਸਾਨੂੰ ਪੂਰਨ ਤੇ ਸੱਚੇ ਸਤਿਗੁਰੂ ਦੀ ਸੰਗਤ ਦੇ ਨਾਲ ਮੇਲ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ। ਭਾਈ ਗੁਰਦੇਵ ਹੀ ਸਤਿਗੁਰ ਸੱਚੇ ਗੁਰੂ ਨੇ, ਸੱਚੇ ਸਤਿਗੁਰੂ ਨੇ ਤੇ ਗੁਰਦੇਵ ਹੀ ਪਾਰ ਬ੍ਰਹਮ ਪਰਮੇਸ਼ਰ ਨੇ।
ਗੁਰਦੇਵ ਨਾਨਕ ਹਰ ਨਮਸਕਾਰਾ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਉਸ ਗੁਰਦੇਵ ਨੂੰ, ਗੁਰੂ ਪਰਮੇਸ਼ਰ ਨੂੰ ਹਮੇਸ਼ਾ ਲਈ ਨਮਸਕਾਰ ਕਰਦਾ ਹਾਂ, ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਦਾ ਹਾਂ, ਕਿਉਂਕਿ ਸਾਡੇ ਲਈ ਤਾਂ ਗੁਰੂ ਹੀ ਸਭ ਕੁਝ ਹੈ। ਗੁਰੂ ਹੀ ਤੀਰਥ ਹੈ, ਗੁਰੂ ਹੀ ਪਾਰ ਜਾਤ ਹੈ, ਗੁਰੂ ਹੀ ਪਰਮੇਸ਼ਰ ਹੈ, ਗੁਰੂ ਹੀ ਸਭ ਕੁਝ ਹੈ। ਇਸੇ ਲਈ ਮੈਂ ਤੇ ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ। ਇਹੋ ਸ਼ਲੋਕ ਆਦ ਅੰਤ ਪੜ੍ਹਨਾ। ਲਓ, ਇਹ ਜਿਹੜੇ ਅੱਖਰ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਬਾਣੀ ਤੋਂ ਵੱਖਰੇ ਵਿਸ਼ੇਸ਼, ਜਿਵੇਂ ਫੁੱਟਨੋਟ ਲਿਖੀਦਾ ਨਾ, ਇਸ ਤਰ੍ਹਾਂ ਲਿਖੇ ਨੇ। ਇਹ ਗੁਰੂ ਮਹਾਰਾਜ ਦੀ ਸਖਤ ਹਦਾਇਤ ਹੈ ਵੀ ਇਹ ਜਿਹੜਾ ਸ਼ਲੋਕ ਹੈ ਇਹਨੂੰ ਆਦਿ ਤੇ ਅੰਤ ਵਿੱਚ ਇਸ ਬਾਣੀ ਦੇ ਜ਼ਰੂਰ ਪੜ੍ਹਨਾ ਹੈ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 2 ਵਾਰ ਇਹ ਸ਼ਲੋਕ ਨੂੰ ਲਿਖਿਆ ਹੈ। ਕੋਈ ਆਪਣੇ ਆਪ ਨੂੰ ਬਹੁਤਾ ਬੁੱਧੀਜੀਵੀ ਤੇ ਸਿਆਣਾ ਸਮਝਣ ਵਾਲਾ ਬੰਦਾ ਇਹ ਨਾ ਆਖ ਦੇਵੇ ਤਾਂ ਸ਼ਲੋਕ ਪਿੱਛੇ ਪੜ੍ਹ ਲਿਆ ਸੀ, ਹੁਣ ਪੜ੍ਹਨ ਦੀ ਕੀ ਲੋੜ ਹੈ। ਇਸ ਲਈ ਇਹਨੂੰ ਪੜ੍ਹਨਾ ਹੈ, ਪਹਿਲਾਂ ਵੀ ਪੜ੍ਹਨਾ, ਪਿੱਛੋਂ ਵੀ ਪੜ੍ਹਨਾ ਹੈ। ਜਾਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹ ਇਹਨਾਂ ਅੱਖਰਾਂ ਦਾ ਭਾਵ ਇਹ ਵੀ ਲੈਂਦੇ ਸਨ, ਇਹ ਸ਼ਲੋਕ ਆਦਿ ਅੰਤ ਪੜ੍ਹਨਾ ਵੀ ਇਹ ਜਿਹੜਾ ਸ਼ਲੋਕ ਹੈ ਸਤਿਗੁਰੂ ਦੀ ਮਹਿਮਾ ਦਾ। ਤੁਸੀਂ ਕੋਈ ਵੀ ਸਮਾਗਮ ਕਰਨਾ ਹੈ, ਕੋਈ ਵੀ ਕਾਰਜ ਆਰੰਭ ਕਰਨਾ ਹੈ, ਕੀਰਤਨ, ਕਥਾ, ਭਜਨ, ਸਿਮਰਨ ਦਾ ਕੋਈ ਵੀ ਸਮਾਗਮ ਹੋਵੇ, ਵੀ ਉਹਦੇ ਬਾਰੇ ਵੀ ਇਹ ਸ਼ਲੋਕ ਦਾ ਇਸ਼ਾਰਾ ਹੈ ਵੀ ਆਦਿ ਅੰਤ ਵਿੱਚ ਪੜ੍ਹਨਾ ਚਾਹੀਦਾ। ਜਿਵੇਂ ਆਮ ਤਾਂ ਆਪਾਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਸ਼ਲੋਕ ਪੜ੍ਹਦੇ ਹਾਂ ਨਾ, ਪਰ ਉਹਨਾਂ ਮਹਾਂਪੁਰਖਾਂ ਦਾ ਇਹ ਵੀ ਇੱਕ ਖਿਆਲ ਹੈ, ਉਹ ਕਹਿੰਦੇ ਵੀ ਇਹ ਸ਼ਲੋਕ ਦਾ ਵੀ ਪਾਠ ਆਦਿ ਅੰਤ ਵਿੱਚ ਪੜ੍ਹਨਾ ਚਾਹੀਦਾ। ਸੋ ਰਹੋ ਵਿਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ। ਇਹ ਪਵਿੱਤਰ ਬਾਣੀ 52 ਅੱਖਰੀ, ਜਿਸ ਦਾ ਸੰਬੰਧ ਸੰਸਕ੍ਰਿਤ ਦੀ ਵਰਣਮਾਲਾ ਦੇ ਨਾਲ ਹੈ। ਇੱਕ ਇੱਕ ਅੱਖਰ ਦੁਆਰਾ ਗੁਰੂ ਮਹਾਰਾਜ ਨੇ ਬੜੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਸ ਵਿਚਾਰ ਨੂੰ ਸੁਣਿਆ ਤੇ ਇਹਨੂੰ ਆਪਣੇ ਮਨ ਵਿੱਚ ਵਸਾਉਣਾ ਹੈ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਇਸੇ ਬਾਣੀ ਦਾ ਪਾਠ ਕਰਨ ਦੇ ਲਈ ਸਤਿਗੁਰੂ ਨੇ ਮਾਤਾ ਗੰਗਾ ਜੀ ਨੂੰ ਬਚਨ ਕੀਤਾ ਸੀ ਕਿ ਇਹ ਗੰਗਾ ਜੀ, ਤੁਸੀਂ ਇਸ ਬਾਣੀ ਦਾ ਪਾਠ ਕਰੋ। ਇਹ ਬਾਣੀ ਇੱਕ ਐਸਾ ਭੂਸ਼ਣ ਹੈ, ਇਸ ਨੂੰ ਗੁਰਦੇਵ ਜੀ ਦੇ ਮੰਗਲਾਚਰਨ ਦੇ ਸੰਪਟ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ। ਇਹਦੇ ਨਾਲ ਲੋਕ ਤੇ ਪ੍ਰਲੋਕ ਦੇ ਵਿੱਚ ਤੁਹਾਡੀ ਸ਼ੋਭਾ ਹੋਵੇਗੀ। ਜਿਹੜਾ ਹਰ ਰੋਜ਼ ਇਸ ਬਾਣੀ ਦਾ ਪਾਠ ਕਰੇ, ਲੋਕ ਤੇ ਪ੍ਰਲੋਕ ਦੇ ਵਿੱਚ ਸ਼ੋਭਾ ਉਸ ਨੂੰ ਆਪਣੇ ਆਪ ਹੀ ਮਿਲ ਜਾਂਦੀ ਹੈ। ਸੋ ਸਤਿਗੁਰੂ ਮਿਹਰ ਕਰਨ ਇਹ ਬਾਣੀ ਗੁਰੂ ਦੀ ਕਿਰਪਾ ਨਾਲ ਸੰਪੂਰਨ ਹੋਈ ਹੈ ਤੇ ਅੱਗੇ ਸੁਖਮਨੀ ਸਾਹਿਬ ਬਾਣੀ ਆਰੰਭ ਹੋਵੇਗੀ। ਉਹਦੀ ਵਿਚਾਰ ਸੰਗਤਾਂ ਨੇ ਫਿਰ ਸਰਵਣ ਕਰਨੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਇਹੋ ਸ਼ਲੋਕ ਆਦਿ ਅੰਤ ਪੜ੍ਹਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।